ਟੋਰਾਂਟੋ ਪੁਲਿਸ ਨੇ ਕਿਹਾ ਕਿ 14 ਸਾਲ ਦੇ ਇੱਕ ਲੜਕੇ ਉੱਤੇ ਕਈ ਕੇਸ ਦਰਜ ਕੀਤੇ ਗਏ ਨੇ, ਜਿਸ ਉੱਤੇ ਇਲਜ਼ਾਮ ਨੇ ਕਿ ਉਸਨੇ 2-6 ਸਾਲ ਦੀਆਂ ਬੱਚੀਆਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ, ਜਿਸ ਉੱਤੇ ਸੈਕਸ਼ੂਅਲ ਅਸੌਲਟ ਦੇ ਮਾਮਲੇ ਦਰਜ ਕੀਤੇ ਗਏ ਨੇ। ਇੱਕ ਸਮਰ ਕੈਂਪ ਦੌਰਾਨ ਅਜਿਹਾ ਹੋਇਆ। ਪੁਲਿਸ ਨੇ ਕਿਹਾ ਕਿ 14 ਸਾਲ ਦੇ ਲੜਕੇ ਨੂੰ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਲੀਡਰ ਬਣਾਇਆ ਗਿਆ ਸੀ। ਟੋਰਾਂਟੋ ਵਿੱਚ ਇੱਕ ਸਮਰ ਕੈਂਪ ਦੇ ਉੱਤੇ, ਜਿਸ ਨੂੰ ਕਿ ਜੈਕ ਆਫ ਸਪੋਰਟਸ ਕਿਹਾ ਜਾਂਦਾ ਹੈ, ਇੱਕ ਕੈਂਪ ਜੋ ਕਿ ਵੈਸਟਰਨ ਟੈਕਨੀਕਲ ਕਮਰਸ਼ੀਅਲ ਸਕੂਲ ਦੇ ਵਿੱਚ ਲਾਇਆ ਗਿਆ ਸੀ ਜੁਲਾਈ 17 ਤੋਂ ਜੁਲਾਈ 21 ਤੱਕ। ਤਾਂ ਉਸ ਮੌਕੇ ਉਸ 14 ਸਾਲ ਦੇ ਲੜਕੇ ਨੇ 2-6 ਸਾਲ ਦੀਆਂ ਬੱਚੀਆਂ ਦੇ ਨਾਲ ਬਾਰ-ਬਾਰ ਜਿਨਸੀ ਸ਼ੋਸ਼ਣ ਕੀਤਾ, ਜਿਸ ਦੇ ਬਾਰੇ ਦੱਸਿਆ ਗਿਆ ਕਿ 14 ਸਾਲ ਦੇ ਲੜਕੇ ਉੱਤੇ ਸੈਕਸ਼ੂਅਲ ਅਸੌਲਟ ਤੇ ਸੈਕਸ਼ੂਅਲ ਇੰਟਰਫੇਰੈਂਸ ਦੇ ਕੇਸ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਪੁਲਿਸ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਹੋਰ ਪੀੜਤ ਵੀ ਹੋ ਸਕਦੇ ਨੇ। ਜੇਕਰ ਕਿਸੇ ਦੇ ਨਾਲ ਕੁਝ ਅਜਿਹਾ ਹੋਇਆ ਹੋਵੇ ਤਾਂ ਉਹ ਸਾਹਮਣੇ ਜ਼ਰੂਰ ਆਵੇ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ। ਜਿਵੇਂ ਕਿ ਇਸ 14 ਸਾਲ ਦੇ ਨੌਜਵਾਨ ਉੱਤੇ ਕੇਸ ਦਰਜ ਕੀਤੇ ਗਏ ਨੇ, ਇਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਾਬਾਲਗ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਅਧੀਨ ਆਉਂਦਾ ਇਹ, ਜਿਸ ਕਰਕੇ ਉਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਸਰੀ ਵਿੱਚ ਦਿਨ-ਬ-ਦਿਨ ਆਬਾਦੀ ਤਾਂ ਤੇਜ਼ੀ ਨਾਲ ਵੱਧ ਹੁੰਦੀ ਜਾ ਰਹੀ ਹੈ, ਪਰ ਇਸ ਮੌਕੇ ਸਿਹਤ ਸਮੇਤ ਹੋਰ ਕਈ ਸਹੂਲਤਾਂ ਦੇ ਵੱਡੇ ਪੱਧਰ ਦੇ ਉੱਤੇ ਕਮੀ ਪਾਈ ਜਾ ਰਹੀ ਹੈ, ਜਿਸ ਕਰਕੇ ਆਮ ਲੋਕਾਂ ਨੂੰ ਬੇਹੱਦ ਖੱਜਲ ਹੋਣਾ ਪੈਂਦਾ ਹੈ ਤੇ ਇਸੇ ਨੂੰ ਲੈ ਕੇ ਸਿਹਤ ਕਾਮੇ ਵੀ ਪਰੇਸ਼ਾਨ ਨੇ। ਡਾਕਟਰਾਂ ਦੇ ਵੱਲੋਂ ਰੈਲੀ ਕੀਤੀ ਗਈ। ਸਿਹਤ ਕਾਮਿਆਂ ਦੇ ਵੱਲੋਂ ਇਸ ਮੌਕੇ ਬਣਦੀਆਂ ਸਹੂਲਤਾਂ ਨਾ ਮਿਲਦੀਆਂ ਹੋਣ ਦੇ ਉੱਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਇੱਕ ਐਲਾਨ ਮੁੜ ਤੋਂ ਸਾਹਮਣੇ ਆਇਆ ਹੈ ਕਿ ਸਰੀ ਦੇ ਵਾਸਤੇ ਨਵੇਂ ਹਸਪਤਾਲ ਦਾ ਐਲਾਨ ਤਾਂ ਪਹਿਲਾਂ ਕਰ ਹੀ ਦਿੱਤਾ ਗਿਆ ਸੀ, ਪਰ ਆਖਿਰ ਉਸ ਦਾ ਨਿਰਮਾਣ ਕਦੋਂ ਤੋਂ ਸ਼ੁਰੂ ਹੋਣਾ ਹੈ ਤੇ ਆਖਿਰ ਕਦੋਂ ਤੱਕ ਉਸ ਦਾ ਨਿਰਮਾਣ ਪੂਰਾ ਹੋ ਜਾਵੇਗਾ ਤੇ ਸਰੀ ਵਾਸੀਆਂ ਨੂੰ ਕਦੋਂ ਦੂਜਾ ਹਸਪਤਾਲ ਮਿਲ ਜਾਵੇਗਾ, ਇਸ ਦੇ ਬਾਰੇ ਨਹੀਂ ਸੀ ਦੱਸਿਆ ਗਿਆ। ਪਰ ਇਸ ਸਮੇਂ ਜੋ ਦੱਸਿਆ ਜਾ ਰਿਹਾ ਹੈ ਕਿ ਸਰੀ ਵਿੱਚ ਨਵੇਂ ਹਸਪਤਾਲ ਦਾ ਨਿਰਮਾਣ ਸਾਲ 2029 ਤੱਕ ਪੂਰਾ ਹੋ ਜਾਵੇਗਾ, ਜਿਸ ਦੇ ਬਾਰੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਨਿਰਮਾਣ ਦਾ ਕੰਮ ਸ਼ੁਰੂ ਹੋਣਾ ਬੇहद ਜ਼ਰੂਰੀ ਹੈ ਇਸ ਸਮੇਂ, ਤਾਂ ਕਿ ਸਿਹਤ ਸਹੂਲਤਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕੇ ਕਿ ਭਾਈਚਾਰਿਆਂ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਆਬਾਦੀ ਵੱਧ ਰਹੀ ਹੈ, ਪਰ ਇਸ ਮੌਕੇ ਸਿਹਤ ਸਹੂਲਤਾਂ ਦੀ ਪੂਰਤੀ ਦੇ ਵਾਸਤੇ ਨਵੇਂ ਹਸਪਤਾਲ ਦੀ ਬੇਹੱਦ ਲੋੜ ਹੈ। ਇਸ ਮੌਕੇ $2.88 ਅਰਬ ਦੀ ਲਾਗਤ ਦੇ ਨਾਲ ਇਹ ਨਵਾਂ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਨਾਲ ਕੈਂਸਰ ਟ੍ਰੀਟਮੈਂਟ ਸੈਂਟਰ ਵੀ ਹੈ। ਲੰਘੇ ਵੀਕਐਂਡ ਦੇ ਉੱਤੇ ਸੈਂਕੜੇ ਸਰੀ ਨਿਵਾਸੀ ਸਿਹਤ ਕਾਮਿਆਂ ਦੇ ਨਾਲ ਰੈਲੀ ਕਰਨ ਦੇ ਲਈ ਪਹੁੰਚੇ ਸਨ, ਜਿਸ ਤੋਂ ਤੁਰੰਤ ਬਾਅਦ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਬਿਆਨ ਆਇਆ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਿੰਨੀ ਤੇਜ਼ੀ ਦੇ ਨਾਲ ਨਿਰਮਾਣ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਸਰੀ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਉਦੋਂ ਤੱਕ ਕਿਸ ਤਰ੍ਹਾਂ ਦਿੱਤੀਆਂ ਜਾਂਦੀਆਂ ਨੇ ਕਿ ਜੋ ਚਿੰਤਾ ਦਾ ਪ੍ਰਗਟਾਵਾ ਸਿਹਤ ਕਾਮਿਆਂ ਦੇ ਵੱਲੋਂ ਵੀ ਬਾਰ-ਬਾਰ ਕੀਤਾ ਜਾ ਰਿਹਾ ਹੈ, ਉਸ ਦੇ ਹੱਲ ਦੇ ਲਈ ਕਿਹੜੇ ਕਦਮ ਚੁੱਕੇ ਜਾਂਦੇ ਨੇ। ਪੀਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਉੱਤੇ ਫਰਾਡ ਨਾਲ ਜੁੜੇ ਕਈ ਮਾਮਲੇ ਦਰਜ ਕੀਤੇ ਗਏ ਨੇ। ਹੈਲਥ ਕੇਅਰ ਬੈਨੀਫਿਟਸ ਨਾਲ ਜੁੜੇ ਸਕੈਮ ਕੀਤੇ ਗਏ ਕਈ ਲੱਖ ਡਾਲਰ ਦੇ, ਜਿਸ ਦੇ ਬਾਰੇ ਦੱਸਿਆ ਗਿਆ ਵੌਨ ਦਾ ਰਹਿਣ ਵਾਲਾ 30 ਸਾਲ ਦਾ ਆਨੰਦ ਪਰੇਸ਼ ਕੁਮਾਰ ਅਮੀਨ ਨਾਮਕ ਵਿਅਕਤੀ ਹੈ, ਜਿਸ ਉੱਤੇ $5000 ਤੋਂ ਵੱਧ ਦਾ ਫਰਾਡ ਕਰਨ ਦੇ ਕਈ ਇਲਜ਼ਾਮ ਲੱਗੇ ਨੇ, ਜਿਸ ਦੇ ਉੱਤੇ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ 6 ਸਤੰਬਰ 2023 ਨੂੰ ਇੱਕ ਜਾਂਚ ਪੂਰੀ ਕੀਤੀ ਗਈ, ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਕਰੀਬ $6 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਹੈਲਥ ਕੇਅਰ ਬੈਨੀਫਿਟ ਜਿਨ੍ਹਾਂ ਨੂੰ ਮਿਲਦੇ ਸੀ ਉਸ ਵਾਸਤੇ ਫਰਾਡ ਕੀਤੇ ਗਏ, ਆਨਲਾਈਨ ਲੋਕਾਂ ਦੀ ਜਾਣਕਾਰੀ ਦੀ ਗਲਤ ਵਰਤੋਂ ਕਰਕੇ, ਜਿਸ ਤੋਂ ਬਾਅਦ ਜਿਨ੍ਹਾਂ ਦੀ ਮਦਦ ਦੇ ਨਾਲ ਇਹ ਫਰਾਡ ਕੀਤੇ ਜਾਂਦੇ ਸਨ ਉਹਨਾਂ ਦੇ ਨਾਲ ਰਕਮ ਨੂੰ ਤਕਸੀਮ ਕੀਤਾ ਜਾਂਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ ਆਨੰਦ ਪਰੇਸ਼ ਕੁਮਾਰ ਅਮਨ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਕੁਝ ਸ਼ਰਤਾਂ ਦੇ ਉੱਤੇ ਹੁਣ ਛੱਡ ਵੀ ਦਿੱਤਾ ਗਿਆ ਹੈ, ਪਰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਉਸ ਨੂੰ ਸੋਮਵਾਰ ਦੇ ਦਿਨ ਸਤੰਬਰ 25 2023 ਨੂੰ ਪੇਸ਼ ਵੀ ਕੀਤਾ ਜਾਵੇਗਾ। ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕਿਸੇ ਦੇ ਨਾਲ ਵੀ ਆਪਣੀ ਨਿੱਜੀ ਜਾਣਕਾਰੀ ਬਿਲਕੁਲ ਵੀ ਸਾਂਝੀ ਨਾ ਕੀਤੀ ਜਾਵੇ, ਕਿਉਂਕਿ ਇਸ ਸਮੇਂ ਸਕੈਮ ਕਰਨ ਵਾਲਿਆਂ ਵੱਲੋਂ ਵੱਖੋ-ਵੱਖ ਤਰੀਕੇ ਅਪਣਾਏ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਨਿੱਜੀ ਜਾਣਕਾਰੀ ਦੀ ਵਰਤੋਂ ਕਰਕੇ ਸਕੈਮ ਦੇ ਸ਼ਿਕਾਰ ਲੋਕਾਂ ਨੂੰ ਬਣਾਇਆ ਜਾਂਦਾ ਹੈ। ਕਿਚਨਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ 2 ਅਣਪਛਾਤੇ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਲੁੱਟਣ ਤੋਂ ਬਾਅਦ ਚੱਲਦੇ ਵਾਹਨ ਦੇ ਵਿੱਚੋਂ ਬਾਹਰ ਸੁੱਟ ਦਿੱਤਾ। ਵਾਟਰਲੂ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ 11:30 ਵਜੇ ਦੇ ਨੇੜੇ ਇਹ ਮਾਮਲਾ ਸਾਹਮਣੇ ਆਇਆ ਫਿਸ਼ਰ ਹਾਲਮੈਨ ਰੋਡ ਤੇ ਮੈਕਸ ਬੈਕਰ ਡਰਾਈਵ ਦੇ ਉੱਤੇ ਕਿਚਨਰ ਦੇ ਵਿੱਚ, ਜਿੱਥੇ ਕਿ ਇੱਕ 36 ਸਾਲ ਦਾ ਵਿਅਕਤੀ ਗੱਡੀ ਵਿੱਚ ਮੌਜੂਦ ਸੀ, ਜਿਸ ਨੂੰ ਕਿ 2 ਅਣਪਛਾਤੇ ਵਿਅਕਤੀਆਂ ਨੇ ਲੁੱਟਿਆ ਤੇ ਉਸ ਤੋਂ ਸਮਾਨ ਖੋਹਣ ਤੋਂ ਬਾਅਦ ਚੱਲਦੇ ਵਾਹਨ ਵਿੱਚ ਉਸ ਨੂੰ ਸੁੱਟ ਦਿੱਤਾ। ਹੋ ਸਕਦਾ ਹੈ ਕਿ ਉਹ ਟੈਕਸੀ ਚਲਾ ਰਿਹਾ ਸੀ।
ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿਸ ਦੀ ਕਿ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਵਾਟਰਲੂ ਰੀਜਨਲ ਪੁਲਿਸ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਬਰੈਂਪਟਨ ਵਿੱਚ ਇੱਕ 14 ਸਾਲ ਦੀ ਲੜਕੀ ਨਾਲ ਪਾਰਕ ਵਿੱਚ ਜਿਣਸੀ ਸ਼ੋਸ਼ਣ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਇੱਕ ਵਿਅਕਤੀ ਨੂੰ ਲੱਭਣ ਵਾਸਤੇ ਜੋ ਕਿ 14 ਸਾਲ ਦੀ ਬੱਚੀ ਨਾਲ ਅਜਿਹਾ ਕਰਨ ਦੇ ਲਈ ਜ਼ਿੰਮੇਵਾਰ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਸਤੰਬਰ 9 ਨੂੰ ਚਿੰਗੌਂਸੀ ਪਾਰਕ ਵਿੱਚ ਇਹ ਵਾਪਰਿਆ, ਜਿੱਥੇ 14 ਸਾਲ ਦੀ ਲੜਕੀ ਤੁਰੀ ਜਾ ਰਹੀ ਸੀ। ਉਸ ਦਾ ਇੱਕ ਵਿਅਕਤੀ ਉੱਥੇ ਪਿੱਛਾ ਕਰਨ ਲੱਗਿਆ ਤੇ ਕੁਝ ਦੇਰ ਬਾਅਦ ਉਸਨੇ ਉਸ ਲੜਕੀ ਨਾਲ ਛੇੜਛਾੜ ਕੀਤੀ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਕਾਲਾ ਵਿਅਕਤੀ ਸੀ, ਜਿਸ ਦਾ ਕੱਦ 5 ਫੁੱਟ 5 ਇੰਚ ਤੋਂ ਲੈ ਕੇ 9 ਇੰਚ ਦੇ ਦਰਮਿਆਨ ਦੱਸਿਆ ਗਿਆ ਹੈ। ਤੇ ਜਦੋਂ ਉਸਨੇ ਸੈਕਸ਼ੂਅਲ ਅਸੌਲਟ ਕੀਤਾ ਤਾਂ ਉਸ ਸਮੇਂ ਉਸਨੇ ਸਫੇਦ ਰੰਗ ਦੀ ਹੁੱਡੀ ਪਾਈ ਹੋਈ ਸੀ, ਸਫੇਦ ਸ਼ਾਰਟਸ ਪਾਏ ਹੋਏ ਸੀ, ਕਾਲੇ ਸੈਂਡਲ, ਗ੍ਰੇ ਸੌਕਸ ਤੇ ਉਸਨੇ ਆਪਣੀ ਇੱਕ ਉਂਗਲ ਵਿੱਚ ਇੱਕ ਵੱਡੀ ਮੁੰਦਰੀ ਪਾਈ ਹੋਈ ਸੀ। ਪੀਲ ਪੁਲਿਸ ਨੇ ਕਿਹਾ ਜੇਕਰ ਇਸ ਘਟਨਾ ਦੇ ਬਾਰੇ ਜਾਂ ਫਿਰ ਅਜਿਹੇ ਦਿਖਾਈ ਦੇਣ ਵਾਲੇ ਇੱਕ ਵਿਅਕਤੀ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਹਾਈਵੇ 401 ਦੇ ਉੱਤੇ ਵਿਕਟੋਰੀਆ ਪਾਰਕ ਕੋਲ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਉਸ ਸਮੇਂ ਜਦੋਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਆਈ ਗੱਡੀ ਨੇ ਸੜਕ ਉੱਤੇ ਕੰਮ ਕਰ ਰਹੇ ਕਾਮਿਆਂ ਦੇ ਨਾਲ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਉਸ ਗੱਡੀ ਦਾ ਡਰਾਈਵਰ ਗੱਡੀ ਨੂੰ ਲੈ ਕੇ ਫਰਾਰ ਵੀ ਹੋ ਗਿਆ। ਜਿਸ ਦੌਰਾਨ ਕਾਮੇ ਕੰਮ ਕਰ ਰਹੇ ਸੀ, ਉਹਨਾਂ ਵਿੱਚੋਂ ਇੱਕ ਕਾਮਾ ਇਸ ਸੜਕ ਹਾਦਸੇ ਦੀ ਲਪੇਟ ਵਿੱਚ ਆ ਗਿਆ। ਇਹ ਕਾਮੇ ਹਾਈਵੇ ਤੇ ਲੇਨਸ ਪੇਂਟ ਕਰਨ ਤੇ ਨਾਲ ਹੀ ਹੋਰ ਮੁਰੰਮਤ ਦਾ ਕੰਮ ਕਰ ਰਹੇ ਸਨ, ਜਿੱਥੇ ਕਿ ਮਾਰਖਮ ਦੇ ਰਹਿਣ ਵਾਲੇ ਇੱਕ 24 ਸਾਲ ਦੇ ਨੌਜਵਾਨ ਨੂੰ ਗੰਭੀਰ ਸੱਟਾਂ ਆਈਆਂ ਨੇ, ਜੋ ਕਿ ਹਸਪਤਾਲ ਵਿੱਚ ਭਰਤੀ ਹੈ, ਜਿਸ ਦੀ ਕਿ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇੱਕ ਕਾਲੇ ਰੰਗ ਦੀ ਕਾਰਵੈਟ ਗੱਡੀ ਸੀ, ਜਿਸ ਦੀ ਕਿ ਕਾਮੇ ਦੇ ਨਾਲ ਟੱਕਰ ਹੋਈ ਤੇ ਮੌਕੇ ਤੋਂ ਡਰਾਈਵਰ ਉਸ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ। ਜੇਕਰ ਉਸ ਗੱਡੀ ਦੇ ਬਾਰੇ ਜਾਂ ਉਸ ਡਰਾਈਵਰ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ 416 235 4981 ਤੇ ਫੋਨ ਕਰਕੇ ਤੁਰੰਤ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਇਸ ਮੌਕੇ ਡਰਾਈਵਰਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿ ਹਾਈਵੇ ਦੇ ਉੱਤੇ ਹਮੇਸ਼ਾ ਕੰਮ ਕਰਦੇ ਕਾਮਿਆਂ ਦਾ ਤੇ ਨਾਲ ਹੀ ਉਸ ਥਾਂ ਦੇ ਉੱਤੇ ਰਫ਼ਤਾਰ ਦੀ ਸੀਮਾ ਦਾ ਬੇਹੱਦ ਧਿਆਨ ਰੱਖਿਆ ਜਾਵੇ। A 24-year-old man from Markham remains in hospital with serious life-altering injuries after he was struck while doing road maintenance on Highway 401 near Victoria Park. Crews were out doing a lane realignment and road painting of the highway when this person was struck. There was a full highway closure, Highway 401 at Leslie. Around 3:30 in the morning, a black Corvette went through that road closure, apparently at a high rate of speed, prior to colliding with the worker that was out of their vehicle on the highway doing their work. The Corvette vehicle and driver fled the scene, was last seen traveling still at a high rate of speed near Warden Avenue. If you know anyone with a black Corvette, today would be a good day to check to make sure that their vehicle does not have any fresh damage on the front. And if it does, please call police. If you're that driver, please turn yourself in to Toronto OPP. They can be reached at 416-235-4981. Obviously, we have some pretty significant questions that need to be answered and to the circumstances of what happened early this morning. Again, if you can help, please call the Toronto OPP 416-235-4981. ਐਲਬਰਟਾ ਵਿੱਚ ਸੈਂਕੜੇ ਲੋਕ ਬਿਮਾਰ ਹੋਏ ਨੇ ਜਿਨ੍ਹਾਂ ਨੂੰ ਇਨਫੈਕਸ਼ਨ ਹੋਇਆ, ਜਿਸ ਪਿੱਛੇ ਡੇ ਕੇਅਰ ਦੀ ਰਸੋਈ ਦੇ ਵਿੱਚ ਗੰਦਗੀ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਐਲਬਰਟਾ ਵਿੱਚ ਅਜਿਹਾ ਪਹਿਲਾ ਵੱਡਾ ਆਊਟਬ੍ਰੇਕ ਹੋਇਆ ਹੈ, ਜਿੱਥੇ ਸਤੰਬਰ 4 ਨੂੰ ਈਕੋਲੀ ਆਊਟਬ੍ਰੇਕ ਹੋਣ ਬਾਰੇ ਜਾਣਕਾਰੀ ਜਨਤਕ ਕਰ ਦਿੱਤੀ ਗਈ ਸੀ। ਫਿਊਲ ਬ੍ਰੇਨਸ ਡੇ ਕੇਅਰ ਦੀਆਂ 6 ਲੋਕੇਸ਼ਨਸ ਤੇ ਇਹ ਆਊਟਬ੍ਰੇਕ ਹੋਇਆ, ਜਿੱਥੇ ਕਈ ਬੱਚੇ ਬਿਮਾਰ ਹੋ ਗਏ। ਦਰਜਨਾਂ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੋਮਵਾਰ ਦੀ ਸਵੇਰ ਐਲਬਰਟਾ ਹੈਲਥ ਸਰਵਿਸਿਜ਼ ਨੇ ਇਸ ਦੀ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਕਿਹਾ ਕਿ 231 ਮਾਮਲਿਆਂ ਦੀ ਪੁਸ਼ਟੀ ਲੈਬ ਟੈਸਟ ਦੇ ਵਿੱਚ ਕਰ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 26 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ, ਜਿਨ੍ਹਾਂ ਵਿੱਚ 25 ਬੱਚੇ ਹਸਪਤਾਲ 'ਚ ਭਰਤੀ ਨੇ। ਜਿਵੇਂ ਹੀ ਇਹ ਇਨਫੈਕਸ਼ਨ ਫੈਲਿਆ, ਤੁਰੰਤ ਡੇ ਕੇਅਰ ਦੀ ਰਸੋਈ ਨੂੰ ਬੰਦ ਕਰ ਦਿੱਤਾ ਗਿਆ ਤੇ ਇੰਸਪੈਕਸ਼ਨ ਕੀਤੀ ਗਈ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਰਸੋਈ ਵਿੱਚ ਕਾਕਰੋਚ ਮਿਲੇ ਨੇ, ਭੋਜਨ ਸਟੋਰ ਕਰਨ ਵਾਲਾ ਸਮਾਨ ਸਹੀ ਨਹੀਂ ਸੀ ਤੇ ਸੀਵਰੇਜ ਦੀ ਬਦਬੂ ਆ ਰਹੀ ਸੀ। ਉਨ੍ਹਾਂ ਥਾਵਾਂ ਦੇ ਉੱਤੇ ਮੌਜੂਦ ਸਿੰਕ ਵਿੱਚੋਂ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ ਸੀ, ਡਿਸ਼ ਵਾਸ਼ਿੰਗ ਏਰੀਆ ਵਿੱਚ ਕਾਕਰੋਚ ਵੀ ਮਿਲੇ ਨੇ। ਮੰਗਲਵਾਰ ਸਵੇਰੇ ਇਸ ਸੰਬੰਧੀ ਸਿਹਤ ਅਧਿਕਾਰੀਆਂ ਨੇ ਕੈਲਗਰੀ ਵਿੱਚ ਪ੍ਰੈਸ ਵਾਰਤਾ ਕੀਤੀ, ਜਿੱਥੇ ਕਿਹਾ ਗਿਆ ਕਿ ਇਸ ਦਾ ਗੰਭੀਰ ਅਸਰ ਛੋਟੇ ਬੱਚਿਆਂ ਤੇ ਪਿਆ, ਜੋ ਖਤਰਨਾਕ ਹੈ
ਤੇ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਹੈ ਉਸ ਦੇ ਲੱਛਣ ਇਹ ਨੇ ਕਿ ਡਾਇਰੀਆ ਹੋ ਜਾਂਦਾ, ਢਿੱਡ 'ਚ ਪੀੜ ਹੋਣਾ ਤੇ ਹੋਰ। ਇਸ ਇਨਫੈਕਸ਼ਨ ਤੋਂ ਜ਼ਿਆਦਾਤਰ ਲੋਕ ਖੁਦ ਹੀ ਕੁਝ ਸਮੇਂ ਬਾਅਦ ਠੀਕ ਹੋ ਜਾਂਦੇ ਨੇ, ਪਰ ਜੋ ਪਹਿਲਾਂ ਤੋਂ ਬਿਮਾਰ ਹੋਣ ਜਾਂ ਜਿਨ੍ਹਾਂ ਦੀ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਘੱਟ ਹੋਵੇ ਉਹਨਾਂ ਦੇ ਲਈ ਇਹ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਮਾਮਲੇ ਦੇ ਉੱਤੇ ਅੱਗੇ ਹੋਰ ਜਾਂਚ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। I want to start by expressing my deepest concern for every parent, every grandparent, and family member, and of course to the many children affected by the E. coli outbreak. This trying time has undoubtedly brought with it challenges and heartache for many families. I know there are no words that I can offer that will change that feeling of powerlessness and fear that some parents are feeling. What I can say, though, is that we have the best frontline workers in the whole world working here in our healthcare system in Alberta, and they are doing everything they can to help. I have been personally monitoring closely this quickly evolving situation and have received daily updates. And while our frontline workers are caring for these symptomatic and sick children, our public health experts are investigating to determine what happened and how to stop an outbreak of this magnitude from ever happening again. That work is underway, and we are working with Alberta Health Services to determine the exact source of the contamination. We know that the source is very likely linked with the shared kitchen, but we do not know what in the kitchen caused it at this time. This information will be an important piece to the puzzle on how to move forward. We will wait to see what the results of the fulsome investigation reveals. And as of this morning, there is a new report now online based on what inspectors found last week. Dr. Joffe will be speaking more to this very shortly. I want to emphasize that the investigation remains ongoing, and we have not reached a full understanding of what occurred to cause this outbreak. We will share further information when it is available. I can assure everyone that we are committed to getting to the very bottom of this. And I will do whatever it takes to ensure the health and safety of all children in Alberta. And I really can't stress that enough. As a mother and a grandmother, I know this situation is a parent's worst nightmare. And rest assured, our health system will be there for the children and their families every step of the way.